ਜੇਕਰ ਅਸੀਂ ਗੱਲ ਕਰੀਏ ਇਨਸਾਨੀ ਸਰੀਰ ਦੀ ਤਾਂ ਰੱਬ ਦੀ ਬਣਾਈ ਹੋਈ ਅਜਿਹੀ ਇੱਕ ਦਾਤ ਕਹਿ ਸਕਦੇ ਹਾਂ, ਅਜਿਹੀ ਇੱਕ ਬਣਤਰ ਕਹਿ ਸਕਦੇ ਹਾਂ ਕਿ ਜੋ ਕਿਸੇ ਵੀ ਚੀਜ਼ ਦੇ ਨਾਲ ਰਿਲੇਟ ਨਹੀਂ ਕਰਦੀ। ਸਰੀਰ ਦੇ ਵਿੱਚ ਜੇ ਆਪਾਂ ਗੱਲ ਕਰਾਂਗੇ ਤੇ ਦਿਮਾਗ ਇੱਕ ਅਜਿਹੀ ਚੀਜ਼ ਹੈ ਜਿਸ ਦੇ ਥੋੜ੍ਹੇ ਜਿਹੇ ਹੀ ਖਰਾਬ ਹੋਣ ਜਾਂ ਥੋੜ੍ਹੇ ਜਿਹੇ ਹੀ ਗਲਤ ਤਰੀਕੇ ਨਾਲ ਚੱਲਣ ਦੇ ਨਾਲ ਸਰੀਰ ਦਾ ਸਾਰਾ ਹੀ ਸਿਸਟਮ ਖਰਾਬ ਹੋ ਜਾਂਦਾ ਹੈ। ਅਤੇ ਦਿਮਾਗ ਇੱਕ ਅਜਿਹੀ ਚੀਜ਼ ਹੈ ਕਿ ਜਿਸ ਦੇ ਸਹੀ ਚੱਲਣ ਦੇ ਨਾਲ ਇਨਸਾਨ ਬਿਲਕੁਲ ਸਹੀ ਚੱਲ ਰਿਹਾ ਤੇ ਬਿਲਕੁਲ ਥੋੜ੍ਹਾ ਜਿਹਾ ਵੀ ਦਿਮਾਗ ਉਲਟਾ ਹੁੰਦਾ ਜਾਂ ਖਰਾਬ ਹੁੰਦਾ ਤਾਂ ਇਨਸਾਨ ਦੀ ਸਾਰੀ ਬਣਤਰ ਉਸ ਤਰੀਕੇ ਨਾਲ ਗਲਤ ਹੋ ਜਾਂਦੀ ਹੈ। ਇਸ ਟੌਪਿਕ ਦੇ ਉੱਪਰ ਅੱਜ ਗੱਲ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਦਿਨੇਸ਼ ਕੁਮਾਰ ਜੀ, ਜੋ ਕਿ ਨਿਊਰੋ ਫਿਜ਼ੀਸ਼ੀਅਨ ਨੇ ਅੰਮ੍ਰਿਤਸਰ ਤੋਂ। ਅਸੀਂ ਬਹੁਤ ਸਵਾਗਤ ਕਰਦੇ ਹਾਂ ਡਾਕਟਰ ਦਿਨੇਸ਼ ਕੁਮਾਰ ਜੀ ਦਾ। ਬਹੁਤ ਸਵਾਗਤ ਹੈ ਸਰ ਤੁਹਾਡਾ। ਮੈਂ ਬਹੁਤ ਧੰਨਵਾਦ ਕਰਦਾ ਹਾਂ ਨਿਊਜ਼ ਹੈਡਲਾਈਨ ਇੰਡੀਆ ਦਾ, ਜਿਨ੍ਹਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਇਸ ਦਿਮਾਗ ਦੇ ਟੌਪਿਕ 'ਤੇ ਗੱਲਬਾਤ ਕਰਨ ਦਾ, ਤੁਹਾਡੇ ਰੂਬਰੂ ਹੋਣ ਦਾ। ਮੈਂ MBBS MD ਮੈਡੀਸਨ ਤੇ DM ਨਿਊਰੋਲੋਜਿਸਟ ਹਾਂ। ਸਰ ਤੁਹਾਡਾ ਬਹੁਤ ਫਿਰ ਤੋਂ ਮੈਂ ਧੰਨਵਾਦ ਕਰਦਾ। ਔਰ ਸਰ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਨਿਊਰੋ ਜਿਹੜਾ ਇੱਕ ਸਬਜੈਕਟ ਹੈ ਉਸ ਦਿਮਾਗ ਦੇ ਨਾਲ ਰਿਲੇਟ ਕਰਦਾ ਹੈ। ਔਰ ਮੈਂ ਚਾਹੁੰਦਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਨਿਊਰੋ ਐਕਚੁਅਲੀ ਹੈ ਕੀ ਹੈ। ਨਿਊਰੋ ਮਤਲਬ ਨਿਊਰੋਨ ਦਾ ਮਤਲਬ ਬ੍ਰੇਨ ਦਾ ਉਹ ਹਿੱਸਾ ਜਿਹੜਾ ਕਿ ਸਟਰਕਚਰਲ ਤੇ ਫੰਕਸ਼ਨਲ ਯੂਨਿਟ ਹੈ। ਸਟਰਕਚਰਲ ਮਤਲਬ ਉਸਦੀ ਜਿੱਦਾਂ ਬਨਾਵਟੀ ਤੇ ਉਹਦੇ ਫੰਕਸ਼ਨ, ਉਹਦਾ ਕੰਮ ਕੀ ਹੈ, ਦੋਨਾਂ ਨੂੰ ਇੱਕ ਯੂਨਿਟ ਦਿੱਤਾ ਗਿਆ, ਉਹਨੂੰ ਕਹਿੰਦੇ ਨਿਊਰੋਨ। ਉਸੇ ਵਿੱਚੋਂ ਵਰਡ ਆਪਾਂ ਕਹਿੰਦੇ ਨਿਊਰੋਲੋਜਿਸਟ ਬਣਨਾ, ਜਿਹੜਾ ਕਿ ਇਹਨਾਂ ਨਿਊਰੋਨਸ ਦੀ ਡਿਸਫੰਕਸ਼ਨਿੰਗ ਦਾ ਮਤਲਬ ਉਹਨਾਂ ਦੇ ਨਾਲ ਜਿਹੜੀਆਂ ਉਹਨਾਂ ਦੇ ਖਰਾਬ ਹੋਣ ਦੇ ਨਾਲ ਬਿਮਾਰੀਆਂ ਜੁੜੀਆਂ ਹੁੰਦੀਆਂ ਹਨ, ਉਹ ਇੱਕ ਨਿਊਰੋਲੋਜਿਸਟ ਜਾਂ ਨਿਊਰੋਫਿਜ਼ੀਸ਼ੀਅਨ ਟ੍ਰੀਟ ਕਰਦਾ ਹੈ। ਸੋ ਨਿਊਰੋਲੋਜਿਸਟ ਦੇ ਵਿੱਚ ਇਹ ਸਾਰੀਆਂ ਡਿਜ਼ੀਜ਼ਸ, ਨਿਊਰੋਨਸ ਦੀਆਂ ਡਿਸਫੰਕਸ਼ਨਿੰਗ ਦੀਆਂ ਸਾਰੀਆਂ ਡਿਜ਼ੀਜ਼ਸ ਆਉਂਦੀਆਂ ਹਨ, ਜਿਹੜੀਆਂ ਕਿ ਬ੍ਰੇਨ ਦੇ ਨਾਲ ਸੈਂਟਰਲ ਨਰਵਸ ਸਿਸਟਮ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਨਾਲ ਰਿਲੇਟਡ ਹੁੰਦੀਆਂ, ਜਿਸ 'ਚ ਬ੍ਰੇਨ ਤੇ ਸਪਾਈਨਲ ਕੋਰਡ, ਸਾਡੀ ਰੀੜ੍ਹ ਦੀ ਹੱਡੀ ਤੇ ਸਾਡਾ ਬ੍ਰੇਨ ਆਉਂਦੇ ਹਨ। ਡਾਕਟਰ ਸਾਹਿਬ, ਸਾਨੂੰ ਇੱਕ ਦੱਸੋ ਕਿ ਇੱਕ ਤੰਦਰੁਸਤ ਦਿਮਾਗ ਹੈ ਜਾਂ ਉਹਦੀ ਕਿਸ ਤਰ੍ਹਾਂ ਅਸੀਂ ਕਰਾਂਗੇ ਕਿ ਸੋਚ ਸਕਦੇ ਹਾਂ ਜਾਂ ਸਮਝਾਂਗੇ ਕਿ ਇੱਕ ਤੰਦਰੁਸਤ ਦਿਮਾਗ ਕਿਸ ਤਰ੍ਹਾਂ ਦਾ ਹੁੰਦਾ ਹੈ। ਸੋ ਹੈਲਦੀ ਬ੍ਰੇਨ, ਆਪਾਂ ਨੂੰ ਇਸ ਨੂੰ ਇੱਕ ਸਿੰਪਲ ਲੈਂਗੁਏਜ 'ਚ ਕਹਾਂਗੇ, ਹੈਲਦੀ ਤੇ ਵਧੀਆ ਬ੍ਰੇਨ ਜਿਹੜਾ ਕਿ ਨਾਰਮਲੀ ਫੰਕਸ਼ਨ ਕਰੇ, ਉਸ ਨੂੰ ਕਹਿਣ ਲਈ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਦੇਖਣਾ ਪਏਗਾ ਕਿ ਬੋਡੀ ਦੇ ਵਿੱਚ ਜਿਹੜਾ ਕਿ ਬ੍ਰੇਨ ਨਾਲ ਸਰਕਟਸ ਜੁੜੇ ਨੇ ਬਾਕੀ ਬੋਡੀ ਦੇ ਨਾਲ, ਜਿੱਦਾਂ ਬੈਲੈਂਸ ਹੋ ਗਿਆ, ਕੋਈ ਜਿੱਦਾਂ ਹੱਥ ਦਾ ਕੰਬਣਾ ਹੋ ਗਿਆ, ਸਿਰ ਦਰਦ ਹੋ ਗਿਆ, ਕੋਈ ਪੇਸ਼ੈਂਟ ਨੂੰ ਕਨਫਿਊਜ਼ਨ ਤਾਂ ਨਹੀਂ ਹੈਗਾ ਤੁਹਾਡੇ ਨਾਲ, ਗੱਲਬਾਤ, ਮੈਮਰੀ ਲਾਸ ਹੋਣਾ, ਇਹ ਸਾਰੀਆਂ ਚੀਜ਼ਾਂ ਨੂੰ ਕੰਸਟਰੋਲ ਕਰਕੇ, ਮਤਲਬ ਇੱਕ ਇਕੱਠ ਕਰਕੇ ਅਗਰ ਪੇਸ਼ੈਂਟ ਨਾਰਮਲੀ ਬਿਹੇਵ ਕਰਦਾ ਇਹਨਾਂ ਸਾਰੇ ਫੰਕਸ਼ਨਸ ਦੇ ਵਿੱਚ, ਮੈਂਟਲੀ, ਸੋਸ਼ਲੀ, ਤਿੰਨੋਂ ਚੀਜ਼ਾਂ ਨੂੰ, ਮੈਂਟਲੀ, ਸੋਸ਼ਲੀ ਐਂਡ ਪਰਸਨਲੀ, ਤਿੰਨੋਂ ਚੀਜ਼ਾਂ ਅਗਰ ਪੇਸ਼ੈਂਟ ਆਪਣੇ ਆਪ ਨੂੰ ਸਹੀ ਸੰਤੁਲਨ ਦੇ ਵਿੱਚ ਰੱਖਦਾ ਹੈ, ਉਸ ਨੂੰ ਅਸੀਂ ਕਹਾਂਗੇ ਕਿ ਇਟ ਇਜ਼ ਐਨ ਹੈਲਦੀ ਬ੍ਰੇਨ। ਅਗਰ ਉਸ ਵਿੱਚ ਕੋਈ ਵੀ ਡਿਸਫੰਕਸ਼ਨਿੰਗ ਹੁੰਦੀ ਨਾ ਤਿੰਨਾਂ 'ਚ, ਸੋਸ਼ਲ ਇੰਬੈਲੈਂਸ ਹੁੰਦਾ, ਮੈਂਟਲ ਇੰਬੈਲੈਂਸ ਹੁੰਦਾ ਜਾਂ ਪਰਸਨਲ ਇੰਬੈਲੈਂਸ ਹੁੰਦਾ, ਕਿਸੇ ਨਾਲ ਅਵੋਇਡੈਂਸ ਹੁੰਦੀ ਹੈ, ਉਸ ਨੂੰ ਆਪਾਂ ਕਹਾਂਗੇ ਕਿ ਇਹ ਹੈਲਦੀ ਬ੍ਰੇਨ ਨਹੀਂ ਹੈ। ਇਸ ਵਿੱਚ ਕੁਛ ਨਾ ਕੁਛ ਪੇਸ਼ੈਂਟ ਨੂੰ ਪ੍ਰੋਬਲਮਸ ਆ ਸਕਦੀਆਂ ਹਨ ਜਾਂ ਚੱਲ ਰਹੀਆਂ ਹਨ। ਬਹੁਤ ਵਧੀਆ ਗੱਲ ਕੀਤੀ ਤੁਸੀਂ ਡਾਕਟਰ ਸਾਹਿਬ। ਔਰ ਇੱਕ ਸਵਾਲ ਹੋਰ ਹੈ ਮੇਰਾ ਡਾਕਟਰ ਸਾਹਿਬ ਕਿ ਜਿਸ ਤਰ੍ਹਾਂ ਕਿ ਮੈਨੂੰ ਪਤਾ ਜਾਂ ਬਹੁਤ ਸਾਰੇ ਲੋਕਾਂ ਨੂੰ ਵੀ ਪਤਾ ਹੈ ਕਿ ਡਿਪਰੈਸ਼ਨ ਜਿਹੜੀ ਇੱਕ ਇਹੋ ਜਿਹੀ ਚੀਜ਼ ਹੈ ਕਿ ਡਿਪਰੈਸ਼ਨ ਦੇ ਨਾਲ ਹੀ ਦਿਮਾਗ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਸਾਨੂੰ ਦੱਸੋ ਕਿ ਡਿਪਰੈਸ਼ਨ ਦੇ ਨਾਲ ਜੇ ਆਪਾਂ ਕੋਈ ਬੰਦਾ ਜੇ ਕੋਈ ਡਿਪਰੈਸ਼ਨ ਦੇ ਵਿੱਚ ਸਫਰ ਕਰ ਰਿਹਾ ਹੈ, ਡਿਪਰੈਸ਼ਨ ਦੇ ਨਾਲ ਸਫਰ ਕਰ ਰਿਹਾ, ਉਹਨੂੰ ਕੀ ਅੱਗੇ ਜਾ ਕੇ ਦਿਮਾਗ ਦੇ ਨਾਲ ਰਿਲੇਟਡ ਬਿਮਾਰੀਆਂ ਹੋ ਸਕਦੀਆਂ ਹਨ ਜਾਂ ਕਿੰਨੀਆਂ ਚੀਜ਼ਾਂ ਉਹ ਖਤਰਨਾਕ ਹੋ ਸਕਦੀਆਂ ਹਨ। ਸੋ ਡਿਪਰੈਸ਼ਨ ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਐਕਿਊਟ, ਇੱਕ ਹੁੰਦਾ ਕ੍ਰੋਨਿਕ। ਕੁਝ ਡਿਪਰੈਸ਼ਨ ਇਸ ਤਰ੍ਹਾਂ ਦੇ ਹੁੰਦੇ ਜਿਸ ਨੂੰ ਆਪਾਂ ਕਹਿੰਦੇ ਕਿ ਮੈਲੈਨੋਕੋਲੀਆ, ਇਹ ਵਰਡ ਯੂਜ਼ ਕੀਤਾ ਜਾਂਦਾ ਡਿਪਰੈਸ਼ਨ ਲਈ। ਇਹ ਡਿਪਰੈਸ਼ਨ ਪ੍ਰਾਇਮਰੀ ਵੀ ਹੋ ਸਕਦਾ, ਸੈਕੰਡਰੀ ਵੀ ਹੋ ਸਕਦਾ। ਇੱਕ ਤਾਂ ਹੈ ਕਿ ਪੇਸ਼ੈਂਟ ਨੂੰ ਡੈਫੀਨਿਟਲੀ ਡਿਪਰੈਸ਼ਨ ਹੈ, ਕੋਈ ਫੈਮਿਲੀ ਹਿਸਟਰੀ ਪੋਜ਼ਿਟਿਵ ਹੈ ਕਿਸੇ ਨੂੰ, ਉਹਨੂੰ 5 to 10 ਟਾਈਮਸ ਕਾਮਨ ਚਾਂਸ ਹੋਵੇਗਾ ਡਿਪਰੈਸ਼ਨ ਹੋਣ ਦਾ। ਸੈਕੰਡਰੀ ਹੈ ਕਿ ਸੈਕੰਡਰੀ ਟੂ ਸਮ ਕੋਈ ਚੀਜ਼ ਹੈ, ਜਿੱਦਾਂ ਕੋਈ ਪੇਸ਼ੈਂਟ ਕੋਈ ਡਰੱਗ ਐਡਿਕਟ ਹੈ, ਉਹਦੇ ਕਰਕੇ ਉਹਨੂੰ ਕੋਈ ਉਹਦਾ ਮੈਂਟਲ ਸੰਤੁਲਨ ਵਿਗੜ ਗਿਆ, ਉਹਦੇ ਕਰਕੇ ਉਹਨੂੰ ਡਿਪਰੈਸ਼ਨ ਹੋ ਰਿਹਾ। ਕੋਈ ਬ੍ਰੇਨ ਦੀ ਇਹੋ ਜਿਹੀ ਬਿਮਾਰੀ ਜਿੱਥੇ ਨਿਊਰੋਨਸ ਡੈਡ ਹੋ ਚੁੱਕੇ, ਜਿਹਨੂੰ ਆਪਾਂ ਨਿਊਰੋ ਡੀਜਨਰੇਟਿਵ ਡਿਜ਼ੀਜ਼ਸ ਆਫ ਬ੍ਰੇਨ ਕਹਿੰਦੇ ਹਾਂ, ਉਹਦੇ ਕਰਕੇ ਉਹਨੂੰ ਡਿਪਰੈਸ਼ਨ ਹੋ ਰਿਹਾ। ਤੀਸਰਾ ਡਿਪਰੈਸ਼ਨ ਹੁੰਦਾ ਅਗਰ ਪੇਸ਼ੈਂਟ ਅਲਕੋਹਲਿਕ, ਲੌਂਗ ਟਰਮ ਅਲਕੋਹਲ ਲੈ ਰਿਹਾ, ਉਹਦੇ ਕਰਕੇ ਵੀ ਪੇਸ਼ੈਂਟ ਹਾਈ ਡੋਜ਼ 'ਤੇ ਲੈ ਰਿਹਾ, ਟੌਕਸਿਕ ਡੋਜ਼ 'ਤੇ ਲੈ ਰਿਹਾ, ਐਜ਼ ਦਾ ਟਾਈਮ ਪਾਸਿਸ 20 years 25 years ਉਹ ਲੈਂਡ ਅਪ ਕਰਦਾ ਹੈ ਇਹਨਾਂ ਬਿਮਾਰੀਆਂ ਵਿੱਚ, ਡਿਪਰੈਸ਼ਨਸ। ਇਹ ਪੇਸ਼ੈਂਟ ਨੂੰ ਐਕਸੈਸਿਵ, ਜਿੱਦਾਂ ਪੇਸ਼ੈਂਟ ਇਕੱਲਾ ਬੈਠ ਕੇ ਰੋਣਾ ਸ਼ੁਰੂ ਹੋ ਗਿਆ, ਲੋਨਲੀਨੈਸ ਉਹਨੂੰ ਲੱਗਣੀ, ਉਹਨੂੰ ਸੁਸਾਈਡਲ ਟੈਂਡੈਂਸੀਜ਼ ਆਉਣੀਆਂ, ਆਈਡੀਆਜ਼ ਆਉਣੇ, ਜਾਂ ਕਿਸੇ ਨਾਲ ਫਾਈਟਿੰਗ ਕਰਨੀ, ਐਕਸੈਸਿਵ ਫਾਈਟਿੰਗ ਕਰਨੀ, ਸੋਸ਼ਲ ਅਵੋਇਡੈਂਸ ਕਰਨੀ, ਮੈਂ ਕਿਤੇ ਨਹੀਂ ਜਾਣਾ, ਮੈਨੂੰ ਭੁੱਖ ਨਹੀਂ ਲੱਗੀ। ਇਹ ਸਾਰੇ ਫੀਚਰਸ ਨੇ ਜਿਹੜੇ ਕਿ ਆਪਾਂ ਡਿਪਰੈਸ਼ਨ ਨੂੰ ਇੱਕ ਇਕੱਠ ਕਰਕੇ, ਇੱਕ ਡਿਪਰੈਸ਼ਨ ਨੂੰ ਮੋਡੀਫਾਈ ਕਰਕੇ ਉਹਨੂੰ ਇੱਕ ਡੈਫੀਨੇਸ਼ਨ ਦਿੰਦੇ ਨੇ ਕਿ ਡਿਪਰੈਸ਼ਨ 'ਚ ਜਾ ਰਿਹਾ।
ਸੋ ਅਗਰ ਡਿਪਰੈਸ਼ਨ ਨੂੰ ਆਪਾਂ ਸਹੀ ਟਾਈਮ ਤੇ ਰੋਕ ਲਿੱਤਾ ਜਾਵੇ, ਉਹਨੂੰ ਐਂਟੀ ਡਿਪਰੈਸੈਂਟਸ ਜਾਂ ਉਸਨੂੰ ਲਾਈਫ ਸਟਾਈਲ ਮੋਡੀਫਿਕੇਸ਼ਨਸ ਜਿਹਨੂੰ ਅਸੀਂ ਕਹਿੰਦੇ ਹਾਂ ਉਹਨਾਂ ਕੀਤਾ ਜਾਵੇ ਤੇ ਪੇਸ਼ੈਂਟ ਨੂੰ ਕ੍ਰੋਨਿਕ ਡਿਪਰੈਸ਼ਨ ਜਿਹੜੀ ਕਿ ਵਿਚ ਲੀਡਸ ਟੂ ਸੁਸਾਈਡਲ ਟੈਂਡੈਂਸੀਜ਼ ਉਸ ਨੂੰ ਰੋਕਿਆ ਜਾ ਸਕਦਾ ਹੈ। ਸੋ ਐਂਟੀ ਡਿਪਰੈਸੈਂਟਸ ਵੀ ਆਪਾਂ ਯੂਜ਼ ਕਰਦੇ ਹਾਂ ਨਿਊਰੋਲੋਜਿਸਟ। ਡੈਫੀਨਿਟਲੀ ਪੇਸ਼ੈਂਟ ਨੂੰ ਲਾਈਫ ਸਟਾਈਲ ਮੋਡੀਫਿਕੇਸ਼ਨਸ ਵੀ ਦੱਸੀਆਂ ਜਾਂਦੀਆਂ ਨੇ, ਉਹਨਾਂ ਨੂੰ ਸਾਈਕੋਜੈਨਿਕ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ। ਕੁਝ ਪੇਸ਼ੈਂਟਸ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਵਿਦਆਊਟ ਐਂਟੀ ਡਿਪਰੈਸ਼ਨ ਲਾਈਫ ਸਟਾਈਲ ਮੋਡੀਫਿਕੇਸ਼ਨ ਤੇ ਕਾਉਂਸਲਿੰਗ ਨਾਲ ਠੀਕ ਹੋ ਜਾਂਦੇ ਨੇ, ਐਂਟੀ ਡਿਪਰੈਸ਼ਨ ਤੱਕ ਪਹੁੰਚਣ ਦੀ ਲੋੜ ਨਹੀਂ ਪੈਂਦੀ। ਕਈ ਹੁੰਦੇ ਆ ਲੋ ਡੋਜ਼ ਤੇ ਠੀਕ ਹੋ ਜਾਂਦੇ ਨੇ, ਕਈਆਂ ਨੂੰ ਆਪਾਂ ਕ੍ਰੋਨਿਕ ਡਿਪਰੈਸ਼ਨ ਤੱਕ ਜਾ ਕੇ ਉਹਨਾਂ ਨੂੰ ਹਾਈ ਐਂਟੀ ਡਿਪਰੈਸੈਂਟਸ ਦੇਣੇ ਪੈਂਦੇ ਨੇ। ਉਹਨਾਂ ਦੇ ਸਾਈਡ ਇਫੈਕਟਸ ਵੀ ਉਹਨਾਂ ਨੂੰ ਦੱਸਣੇ ਪੈਂਦੇ ਨੇ ਕਿ ਅਗਰ ਤੁਸੀਂ ਕਾਉਂਸਲਿੰਗ ਦੇ ਵਿੱਚ ਸਾਡੇ ਨਾਲ ਗੱਲ ਸਮਝੋਗੇ ਤਾਂ ਤੁਹਾਨੂੰ ਇਹਨਾਂ ਡਰੱਗਸ ਦੇ ਸਾਈਡ ਇਫੈਕਟਸ ਤੋਂ ਵੀ ਬਚਿਆ ਜਾ ਸਕਦਾ ਹੈ। ਲੋ ਡੋਜ਼ ਤੇ ਤੁਸੀਂ ਠੀਕ ਹੋ ਜਾਓਗੇ ਤੇ ਆਪਾਂ ਟਾਈਟਰੇਟ ਕਰਕੇ ਉਹਨੂੰ ਆਪਾਂ ਡਿਜ਼ੀਜ਼ਸ ਨੂੰ ਡਰੱਗਸ ਨੂੰ ਮੋਡੀਫਾਈ ਕਰਕੇ ਤੁਹਾਡੀ ਦਵਾਈ ਬੰਦ ਕਰਕੇ ਤੁਹਾਨੂੰ ਡਿਪਰੈਸ਼ਨ ਤੋਂ ਕੱਢਣ ਦੀ ਕੋਸ਼ਿਸ਼ ਕਰਦੇ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਡਿਪਰੈਸ਼ਨ ਦੇ ਬਹੁਤ ਸਾਰੇ ਕਾਰਨ ਨੇ, ਹੋ ਸਕਦਾ ਹੈ ਡਿਪਰੈਸ਼ਨ ਦਾ ਕਾਰਨ ਡਰੱਗਸ ਵੀ ਹੋ ਸਕਦੀ ਹੈ, ਜਾਂ ਕਈ ਵਾਰੀ ਕੁਛ ਸਾਡੀਆਂ ਸਮਾਜਿਕ ਜਾਂ ਘਰੇਲੂ ਕੁਛ ਪ੍ਰੋਬਲਮ ਵੀ ਹੁੰਦੀਆਂ ਨੇ, ਉਹਦੇ ਨਾਲ ਵੀ ਬੰਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ। ਔਰ ਜੇ ਇਹਨੂੰ ਸਹੀ ਤਰੀਕੇ ਔਰ ਸਹੀ ਟਾਈਮ ਤੇ ਇਹਨੂੰ ਆਪਾਂ ਕਾਬੂ ਕਰ ਲਿਆ ਜਾਵੇ ਤਾਂ ਦਿਮਾਗ ਦੇ ਰਿਲੇਟਡ ਕੁਝ ਬਿਮਾਰੀਆਂ ਨੂੰ ਆਪਾਂ ਇਹਨੂੰ ਰੋਕ ਵੀ ਸਕਦੇ ਹਾਂ। ਕਿਉਂਕਿ ਕ੍ਰੋਨਿਕ ਡਿਪਰੈਸ਼ਨ ਆਪਾਂ ਡਿਪਰੈਸ਼ਨ ਨੂੰ ਕਹਿੰਦੇ ਇਟ ਇਜ਼ ਕਾਲਡ ਸੂਡੋ ਡਿਮੈਂਸ਼ੀਆ। ਸੂਡੋ ਮਤਲਬ ਫਾਲਸ ਡਿਮੈਂਸ਼ੀਆ, ਮਤਲਬ ਇਹ ਕਦੀ ਮਿਸ ਡਾਇਗਨੋਸ ਹੋ ਜਾਂਦਾ। ਇਟ ਇਜ਼ ਅ ਸੂਡੋ ਡਿਮੈਂਸ਼ੀਆ। ਪੇਸ਼ੈਂਟ ਡਿਪਰੈਸ਼ਨ 'ਚ ਹੋਏ ਤਾਂ ਕਈ ਵਾਰ ਨੂੰ ਡਾਇਗਨੋਸ ਕਰ ਲੈਂਦੇ ਮੈਮਰੀ ਲਾਸ। ਇਟ ਇਜ਼ ਨਾਟ ਮੈਮਰੀ ਲਾਸ, ਇਟ ਇਜ਼ ਨਾਟ ਡਿਮੈਂਸ਼ਨ, ਆਪਾਂ ਕਹਿੰਦੇ ਸੂਡੋ ਡਿਮੈਂਸ਼ੀਆ। ਸੋ ਡਿਪਰੈਸ਼ਨ ਇਜ਼ ਕਾਲਡ ਸੂਡੋ ਡਿਮੈਂਸ਼ੀਆ, ਜਿਹਨੂੰ ਆਪਾਂ ਵਾਪਸ ਲੈ ਕੇ ਆ ਸਕਦੇ ਹਾਂ। ਫਾਲਸਲੀ ਤੁਹਾਨੂੰ ਮਿਮਿਕ ਹੋ ਰਿਹਾ ਡਿਮੈਂਸ਼ੀਆ ਨੂੰ, ਕਿ ਪੇਸ਼ੈਂਟ ਨੂੰ ਮੈਮਰੀ ਲਾਸ ਹੋ ਰਿਹਾ, ਭਾਵੇਂ ਅਗਲਾ ਡਿਪਰੈਸ਼ਨ 'ਚ ਹੋਵੇ, ਉਹਨੂੰ ਹੋਰ ਬਾਕੀ ਆਪਾਂ ਹਿਸਟਰੀ ਲੈਂਦੇ ਨਹੀਂ ਉਹਦੀ, ਉਹਨੂੰ ਕੀ ਸੋਸ਼ਲ ਪ੍ਰੋਬਲਮਸ ਨੇ, ਕੀ ਪਰਸਨਲ ਪ੍ਰੋਬਲਮ, ਜਿੱਦਾਂ ਕਿ ਤੁਸੀਂ ਹੁਣੇ ਮੈਂਸ਼ਨ ਕੀਤਾ, ਉਸਨੂੰ ਆਪਾਂ ਪ੍ਰੀਵੈਂਟ ਕਰਾਂਗੇ ਤੇ ਪੇਸ਼ੈਂਟ ਨੂੰ ਸੈਕੰਡਰੀ ਜਿਹੜੀ ਆਪਾਂ ਡਿਮੈਂਸ਼ੀਆ ਤੋਂ ਆਪਾਂ ਸੂਡੋ ਡਿਮੈਂਸ਼ੀਆ ਤੋਂ ਆਪਾਂ ਨੂੰ ਬਾਹਰ ਲੈ ਕੇ ਆ ਸਕਦੇ, ਜਿਹੜਾ ਕਿ ਪ੍ਰੋਗਰੈਸਿਵ ਨਹੀਂ ਹੈ। ਨਹੀਂ ਤਾਂ ਨਾਰਮਲ ਜਿਹੜਾ ਮੈਮਰੀ ਲਾਸ ਜਾਂ ਡਿਮੈਂਸ਼ੀਆ ਹੈਗਾ ਪ੍ਰੋਗਰੈਸ ਹੋ ਜਾਂਦਾ। ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਡਿਪਰੈਸ਼ਨ ਦੇ ਕਾਰਨ ਕਈ ਵਾਰੀ ਮੈਮਰੀ ਲਾਸ ਵੀ ਹੋ ਜਾਂਦਾ, ਔਰ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਚੀਜ਼ ਦੇਖੀ ਵੀ ਜਾਂਦੀ ਹੈ, ਆਪਾਂ ਮੈਮਰੀ ਲਾਸ ਕਹਿ ਲਈਏ ਜਾਂ ਜਿਹਨੂੰ ਯਾਦਦਾਸ਼ਤ ਘੱਟ ਹੋ ਜਾਣਾ ਵੀ ਕਹਿ ਜਾਂਦੇ ਆ। ਇਹ ਬਹੁਤ ਚੀਜ਼ ਹੁੰਦੀ ਹੈ ਕਿ ਲੋਕਾਂ ਨੂੰ ਕੁਝ ਟਾਈਮ ਤੋਂ ਬਾਅਦ ਉਹ ਚੀਜ਼ਾਂ ਭੁੱਲ ਜਾਂਦੀਆਂ ਨੇ ਜਾਂ ਉਹ ਯਾਦ ਨਹੀਂ ਰੱਖ ਪਾਉਂਦੇ। ਕੀ ਇਹ ਚੀਜ਼ਾਂ ਵੀ ਡਿਪਰੈਸ਼ਨ ਦਾ ਹੀ ਕਾਰਨ ਨੇ, ਮੈਮਰੀ ਲਾਸ, ਜਾਂ ਮੈਮਰੀ ਲਾਸ ਜਦੋਂ ਜਾਂ ਯਾਦਦਾਸ਼ਤ ਕਮ ਹੋ ਜਾਂਦਾ ਹੈ, ਉਹਨੂੰ ਕਿਸ ਤਰ੍ਹਾਂ ਅਸੀਂ ਕੰਟਰੋਲ ਕਰ ਸਕਦੇ ਹਾਂ, ਜਾਂ ਅਸੀਂ ਤੁਹਾਡੀ ਡਾਕਟਰੀ ਲੈਂਗੁਏਜ ਕਹੀਏ ਕਿ ਤੁਸੀਂ ਕਿਸ ਤਰ੍ਹਾਂ ਉਹਨੂੰ ਕੰਟਰੋਲ ਕਰਦੇ ਹੋ ਜਾਂ ਕਿਸ ਤਰ੍ਹਾਂ ਪੇਸ਼ੈਂਟ ਨੂੰ ਅੱਗੇ ਵਾਸਤੇ ਐਡਵਾਈਸ ਕਰਦੇ ਹੋ? ਸਭ ਤੋਂ ਪਹਿਲਾਂ ਬਹੁਤ ਅੱਛਾ ਸਵਾਲ ਹੈ। ਡਿਮੈਂਸ਼ੀਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮੈਮਰੀ ਲਾਸ, ਠੀਕ ਹੈ, ਇਹਨੂੰ ਸਟਾਰਟ ਹੋਣ ਤੋਂ ਪਹਿਲਾਂ ਆਪਾਂ ਇਹਦੀ ਸਟਾਰਟ ਸ਼ੁਰੂ ਹੋ ਜਾਂਦੀ ਕਈ ਪੇਸ਼ੈਂਟਸ ਨੂੰ 40 to 50 ਇਅਰਸ ਦੇ ਵਿੱਚ ਹੀ, ਜਿਸ ਨੂੰ ਅਸੀਂ ਕਹਿੰਦੇ ਹਾਂ ਮਿਨੀਮਲ ਕੋਗਨੀਟਿਵ ਇੰਪੇਅਰਮੈਂਟ, MCI, ਮਿਨੀਮਲ ਕੋਗਨੀਟਿਵ ਇੰਪੇਅਰਮੈਂਟ। ਉਹ ਅੱਗੇ ਜਾ ਕੇ ਲੀਡਸ ਟੂ ਡਿਮੈਂਸ਼ੀਆ, ਮਤਲਬ ਡਿਮੈਂਸ਼ੀਆ ਤੱਕ ਪਹੁੰਚ ਜਾਂਦਾ। ਡਿਮੈਂਸ਼ੀਆ ਮਤਲਬ ਟੋਟਲ ਮੈਮਰੀ ਲਾਸ। ਸੋ ਸਟੇਜਸ ਨੇ ਡਿਮੈਂਸ਼ੀਆ ਦੀ, ਸਟਾਰਟ ਕਰਦਾ ਮਿਨੀਮਲ ਕੋਗਨੀਟਿਵ ਇੰਪੇਅਰਮੈਂਟ ਤੋਂ, ਫਿਰ ਉਹ ਡਿਮੈਂਸ਼ੀਆ ਤੱਕ ਪਹੁੰਚ ਜਾਂਦਾ। ਉਹ ਡਿਮੈਂਸ਼ੀਆ ਤੱਕ ਪਹੁੰਚਣ ਤੋਂ ਪਹਿਲਾਂ ਅਗਰ ਪੇਸ਼ੈਂਟ ਨੂੰ ਆਪਾਂ ਸਹੀ ਟਾਈਮ ਤੇ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰਵਾ ਦਿੰਦੇ ਹਾਂ ਤੇ ਉਹਨਾਂ ਨੂੰ ਐਂਟੀ ਡਿਮੈਂਸ਼ੀਆ ਡਰੱਗਸ ਦੀ ਲੋੜ ਹੀ ਨਹੀਂ ਪੈਂਦੀ। ਸੋ ਇਹਨਾਂ ਡਿਮੈਂਸ਼ੀਆ ਦੇ ਵਿੱਚ ਮੋਸਟ ਕਾਮਨਲੀ ਜਿਹੜੇ ਸਾਨੂੰ ਸਿੰਪਟਮਸ ਦੇਖਣ ਨੂੰ ਪੇਸ਼ੈਂਟ 'ਚ ਮਿਲਦੇ ਨੇ, ਉਹ ਸੈਕੰਡਰੀ ਵੀ ਹੋ ਸਕਦੇ, ਪ੍ਰਾਇਮਰੀ ਵੀ ਹੋ ਸਕਦੇ। ਪ੍ਰਾਇਮਰੀ ਕਿ ਜਿਹੜੇ ਕਿ ਹੈਰੀਡਿਟਰੀ ਨੇ, ਹੈਰੀਡਿਟਰੀ ਕਾਜ਼ਸ, ਮਤਲਬ ਬਚਪਨ ਤੋਂ ਨੇ, ਬੱਚਨ ਉਹਨਾਂ ਦੀ ਫੈਮਿਲੀਜ਼ 'ਚ ਰਨ ਕਰਦਾ ਪਿਆ ਡਿਮੈਂਸ਼ੀਆ, ਉਹਨਾਂ ਨੂੰ ਡਿਮੈਂਸ਼ੀਆ ਹੋਇਆ। ਸੈਕੰਡਰੀ ਮਤਲਬ ਕਿ ਜਿਹੜਾ ਕਿ ਰਿਵਰਸ ਹੋ ਸਕਦਾ, ਜਿੱਦਾਂ ਇੱਕ ਕਾਜ਼ ਕੀ ਹੈ ਡਿਪਰੈਸ਼ਨ, ਜਿਹਨੂੰ ਆਪਾਂ ਰਿਵਰਸ ਕਰ ਸਕਦੇ ਹਾਂ। ਸੋ ਰਿਵਰਸਿਬਲ ਜਿਹਨੂੰ ਕਹਿੰਦੇ ਨਾ ਆਪਾਂ ਸ਼ਰਟ ਹੈ, ਜਿੱਦਾਂ ਕੋਟ ਨੂੰ ਪੁੱਠਾ ਕਰਕੇ ਵੀ ਪਾ ਸਕਦੇ ਕਿਸੇ ਸਵੈਟਰ ਨੂੰ, ਉਸੇ ਤਰ੍ਹਾਂ ਰਿਵਰਸ ਆ, ਵਾਪਸ ਆ ਸਕਦਾ, ਉਲਟੇ ਬੰਨੇ ਵੀ ਜਾ ਸਕਦੇ। ਉਹਨਾਂ 'ਚੋਂ ਮੋਸਟ ਕਾਮਨ ਵਿਟਾਮਿਨ ਡੈਫੀਸ਼ੀਐਂਸੀ, ਅਸੀਂ ਟੌਕਸਿਕ ਆਪਾਂ ਯੂਜ਼ ਕਰਦੇ ਹਾਂ, ਵਰਡ ਯੂਜ਼ ਕਰਦੇ ਹਾਂ ਵਿਟਾਮਿਨ ਮਤਲਬ ਵੈਸਕੂਲਰ, ਕੋਈ ਸਟ੍ਰੋਕ ਹੋ ਗਿਆ ਪੇਸ਼ੈਂਟ ਨੂੰ, ਟਰਾਮਾ ਹੋ ਗਿਆ, ਉਹਨੂੰ ਟਿਊਮਰ ਹੋ ਗਿਆ, ਵਾਪਸ ਆ, ਉਹਨੂੰ ਆਪਾਂ ਟਿਊਮਰ ਤਾਂ ਨਹੀਂ, ਚਲੋ ਸਟ੍ਰੋਕ ਨੂੰ ਆਪਾਂ ਉਹਦੇ ਕਰਕੇ ਡਿਮੈਂਸ਼ੀਆ ਟ੍ਰੀਟ ਕਰ ਸਕਦੇ ਅਗਰ ਸਹੀ ਟਾਈਮ ਤੇ ਪੇਸ਼ੈਂਟ ਨੂੰ ਇਲਾਜ ਮਿਲਦਾ। ਇਨਫੈਕਸ਼ਨਸ ਕਰਕੇ ਡਿਮੈਂਸ਼ੀਆ ਹੋ ਸਕਦਾ ਜਿਹੜਾ, ਉਹਨੂੰ ਵਾਪਸ ਲੈ ਕੇ ਆ ਸਕਦੇ ਹਾਂ। ਵਿਟਾਮਿਨ ਡੈਫੀਸ਼ੀਐਂਸੀਜ਼ ਕਰਕੇ ਡਿਮੈਂਸ਼ੀਆ ਜਿਹੜਾ ਹੋ ਸਕਦਾ, ਉਹਨੂੰ ਵਾਪਸ ਲੈ ਕੇ ਆ ਸਕਦੇ ਹਾਂ। ਮਿਨਰਲ ਡੈਫੀਸ਼ੀਐਂਸੀਜ਼ ਜਾਂ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਜਿਹੜੀਆਂ ਸਾਡੀ ਖਾਣ ਪੀਣ ਦੇ ਪਦਾਰਥ ਨੇ ਜਿਨ੍ਹਾਂ ਦੇ ਕਰਕੇ ਡਿਮੈਂਸ਼ੀਆ ਹੁੰਦਾ। ਮੋਸਟ ਕਾਮਨ ਕਾਜ਼ ਜਿੱਦਾਂ ਆਪਾਂ ਕਾਪਰ ਡੈਫੀਸ਼ੀਐਂਸੀ ਹੈ, ਵਿਟਾਮਿਨ B12 ਡੈਫੀਸ਼ੀਐਂਸੀ ਹੈ, ਜ਼ਿੰਕ ਡੈਫੀਸ਼ੀਐਂਸੀ ਹੈ, ਸੈਲੀਨੀਅਮ ਡੈਫੀਸ਼ੀਐਂਸੀ ਹੈ, ਇਹ ਸਾਰੀਆਂ ਡੈਫੀਸ਼ੀਐਂਸੀਜ਼ ਦੇ ਲੀਡ ਟੂ ਲੌਂਗ ਟਰਮ ਡਿਮੈਂਸ਼ੀਆ। ਇਹਨਾਂ ਨੂੰ ਵਿਟਾਮਿਨ E ਡੈਫੀਸ਼ੀਐਂਸੀ, ਇਹ ਸਾਰੀਆਂ ਡੈਫੀਸ਼ੀਐਂਸੀਜ਼ ਨਾਲ ਡਿਮੈਂਸ਼ੀਆ ਹੋਣ ਦਾ ਕਾਜ਼ ਬਹੁਤ ਕਾਮਨ ਹੈ, ਜਿਹੜਾ ਕਿ ਰਿਵਰਸ ਹੋ ਸਕਦਾ ਹੈ। ਸੋ ਇਟ ਇਜ਼ ਰਿਵਰਸਿਬਲ, ਮਤਲਬ ਵਾਪਸ ਆ ਸਕਦਾ ਹੈ। ਬਟ ਕਿ ਜਿਹੜਾ ਪ੍ਰਾਇਮਰੀ ਡਿਮੈਂਸ਼ੀਆ ਉਹਨੇ ਸਟਾਰਟ ਹੀ ਅਪਰੋਕਸੀਮੇਟਲੀ 55 to 60 ਇਅਰਸ ਤੇ ਹੋਣਾ। ਅਗਰ ਕੋਈ ਯੰਗ ਪੇਸ਼ੈਂਟ, ਥਾਇਰਾਇਡ ਬਹੁਤ ਕਾਮਨ ਕਾਜ਼ ਹੈ ਡਿਮੈਂਸ਼ੀਆ ਦੀ, ਜਿਹਨੂੰ ਆਪਾਂ ਕਹਿੰਦੇ ਕਿ ਥਾਇਰਾਇਡ ਦੀ ਕਿੰਨੇ ਲੋਕਾਂ ਨੂੰ ਪ੍ਰੋਬਲਮ ਹੈ। ਥਾਇਰਾਇਡ ਇਜ਼ ਅ ਵੈਰੀ ਕਾਮਨ ਕਾਜ਼ ਆਫ ਡਿਮੈਂਸ਼ੀਆ, ਜਿਹਨੂੰ ਆਪਾਂ ਰਿਵਰਸ ਕਰ ਸਕਦੇ ਹਾਂ। ਜਿਹੜਾ ਹੈਰੀਡਿਟਰੀ, ਜਿਹੜਾ ਕਿ ਬਚਪਨ ਤੋਂ ਡਿਮੈਂਸ਼ੀਆ ਕਿਸੇ ਦੀ ਫੈਮਿਲੀ 'ਚ ਰਨ ਕਰ ਰਿਹਾ, ਉਹਨੂੰ 55 to 60 'ਚ ਮਿਮਿਕ ਹੋਣਾ ਹੀ ਹੋਣਾ। ਉਹ ਉਸਨੂੰ ਰੋਕਣਾ ਇਟ ਇਜ਼ ਡਿਫਿਕਲਟ,
ਬਸ ਉਸ ਨੂੰ ਪ੍ਰੋਗਰੈਸ ਜਾਂ ਹਾਲਟ ਕਰਨਾ, ਉਸ 'ਤੇ ਸਟਾਪ ਕਰਨਾ, ਦੈਟ ਇਜ਼ ਪੋਸੀਬਲ। ਦੈਟ ਇਜ਼ ਵਿਦ ਦ ਲਾਈਫ ਸਟਾਈਲ ਮੋਡੀਫਿਕੇਸ਼ਨ ਪਲੱਸ ਐਂਟੀ ਡਿਮੈਂਸ਼ੀਆ ਡਰੱਗਸ ਜਿਹੜੀ ਅਸੀਂ ਪੇਸ਼ੈਂਟਸ ਨੂੰ ਦਿੰਦੇ ਹਾਂ। ਤੁਸੀਂ ਦੱਸਿਆ ਕਿ ਡਿਮੈਂਸ਼ੀਆ ਦੇ ਜਾਂ ਯਾਦਦਾਸ਼ਤ ਜਿਹੜੀ ਸਾਡੀ ਕਮਜ਼ੋਰ ਹੁੰਦੀ ਹੈ, ਇਹਦੇ ਕਈ ਕਾਰਨ ਹੋ ਸਕਦੇ ਨੇ, ਫੈਮਿਲੀ ਵਿੱਚ ਵੀ ਹੋ ਸਕਦੇ ਨੇ ਜਾਂ ਕੁਝ ਹੋਰ ਕਾਰਨਾਂ ਕਰਕੇ ਵੀ ਇੱਕ ਇਨਸਾਨ ਨੂੰ ਇਹ ਹੋ ਸਕਦਾ ਹੈ। ਤੁਸੀਂ ਸਾਨੂੰ ਦੱਸੋ ਕਿ ਜੇ ਇੱਕ ਪੇਸ਼ੈਂਟ ਡਿਮੈਂਸ਼ੀਆ ਜਦੋਂ ਉਹਨੂੰ ਪਤਾ ਚੱਲਦਾ ਕਿ ਮੈਨੂੰ ਯਾਦਦਾਸ਼ਤ ਸ਼ਕਤੀ ਮੇਰੀ ਘੱਟ ਹੋ ਗਈ ਹੈ, ਉਹ ਤੁਹਾਡੇ ਕੋਲ ਆਉਂਦਾ ਹੈ, ਤੇ ਕਿੰਨੀ ਦੇਰ ਵਿੱਚ ਉਹਨੂੰ ਰਿਕਵਰ ਹੋ ਸਕਦਾ, ਜਾਂ ਤੁਸੀਂ ਕਿਸ ਤਰ੍ਹਾਂ ਜਾਂ ਕਿੰਨੀ ਦੇਰ ਵਿੱਚ ਉਹਨੂੰ ਰਿਕਵਰ ਹੋਣ ਦੇ ਵਿੱਚ ਹੈਲਪ ਕਰ ਸਕਦੇ ਹੋ? ਅੱਛਾ ਸਵਾਲ ਹੈ। ਰਿਵਰਸਿਬਲ ਡਿਮੈਂਸ਼ੀਆ ਨੂੰ ਤੇ ਵੀ ਕੈਨ ਰਿਕਵਰ ਇਨ 3 ਮੰਥਸ, 2 to 3 ਮੰਥਸ ਦੇ ਵਿੱਚ ਜਿਹੜਾ ਕਿ ਜਿਹਨੂੰ ਆਪਾਂ ਕਹਿੰਦੇ ਵਾਪਸ ਮੁੜ ਪਾਣਾ ਉਹ ਪੈ ਸਕਦਾ, ਜਿਹੜੇ ਕਿ ਟ੍ਰੀਟੇਬਲ ਕਾਜ਼ਸ ਨੇ, ਜਿੱਦਾਂ ਮੈਂ ਤੁਹਾਨੂੰ ਗਿਣਾਈਆਂ ਸਾਰੀਆਂ ਵਿੱਚ। ਜਿਹੜੇ ਕਿ ਡੀਜਨਰੇਟਿਵ ਹੈ ਉਹਨਾਂ ਨੂੰ ਅਸੀਂ ਇਹ ਕਹੀਏ ਕਿ ਉਹ ਪੇਸ਼ੈਂਟ ਵਾਪਸ ਆਪਾਂ ਲੈ ਕੇ ਆ ਸਕਦੇ ਉਸੇ ਸਟੇਜ 'ਤੇ ਜਿੱਥੋਂ ਉਹਨਾਂ ਦਾ ਮੈਮਰੀ ਲਾਸ ਹੋਏਗਾ। ਦੈਟ ਇਜ਼ ਨਾਟ ਗੁੱਡ। ਆਪਾਂ ਪੇਸ਼ੈਂਟ ਨੂੰ ਗਲਤ ਨਹੀਂ ਕਹਿ ਸਕਦੇ। ਇਟ ਇਜ਼ ਨਾਟ ਪੋਸੀਬਲ ਫॉर ਕਮਿੰਗ ਬੈਕ ਟੂ ਕਿ ਆਪਣੀ ਉਸੇ ਸਟੇਜ 'ਤੇ ਜਿੱਦਾਂ ਤੁਸੀਂ ਪਹਿਲਾਂ ਐਕਟੀਵਿਟੀਜ਼ ਲਾਈਫ ਦੀਆਂ ਪਰਫਾਰਮ ਕਰਦੇ ਸੀ, ਬਟ ਉਹਨੂੰ ਪ੍ਰੋਗਰੈਸ ਹੋਣ ਤੋਂ ਜਾਂ ਨਿਊਰੋਨਸ ਨੂੰ ਡੈਮੇਜ ਹੋਣ ਤੋਂ ਜਾਂ ਨਿਊਰੋਨਸ ਨੂੰ ਫਰਦਰ ਡੀਜਨਰੇਟ ਨੂੰ ਰੋਕਣ ਤੋਂ ਆਪਾਂ ਜਿਹੜੇ ਐਂਟੀ ਡਿਮੈਂਸ਼ੀਆ ਡਰੱਗਸ ਦਿੰਦੇ ਹਾਂ ਉਹ ਕੁਝ ਹੱਦ ਤੱਕ, ਮੈਂ ਨਹੀਂ ਕਹਿੰਦਾ ਟੋਟਲੀ, ਕੁਝ ਸਟੱਡੀਜ਼ ਨੇ ਕਿਹਾ ਕੁਝ ਹੱਦ ਤੱਕ ਉਹਦੀ ਹੈਲਪ ਕਰਦੇ ਨੇ। ਬਟ ਡੈਫੀਨੇਟਲੀ ਇਹ ਪ੍ਰੋਗਰੈਸਿਵ ਡਿਜ਼ੀਜ਼ ਹੈ, ਵਧਣੀ ਹੈ। ਇਸ ਨੂੰ ਆਪਾਂ ਡਿਮੈਂਸ਼ੀਆ ਨੂੰ ਆਪਾਂ ਰੋਕ ਨਹੀਂ ਸਕਦੇ। ਅਗਰ ਸਹੀ ਟਾਈਮ ਤੇ ਇਹਦੀ ਪਕੜ ਮਿਲ ਜਾਏ, ਉਸ ਦੀ ਲਾਈਫ ਜਾਂ ਸਰਵਾਈਵਲ ਆਪਾਂ ਪੇਸ਼ੈਂਟ ਦੀ ਲਾਈਫ ਦੀ ਵਧਾ ਸਕਦੇ। ਜਿਸ ਤਰ੍ਹਾਂ ਕਿ ਸਰ ਨੇ ਦੱਸਿਆ ਕਿ ਡਿਮੈਂਸ਼ੀਆ ਨੂੰ ਅਸੀਂ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਕਰ ਸਕਦੇ, ਬਟ ਜੇ ਟਾਈਮ ਸਿਰ ਸਮੇਂ ਸਿਰ ਇੱਕ ਬੰਦਾ ਆ ਕੇ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦੇ ਤਾਂ ਕਿਸੇ ਹੱਦ ਤੱਕ ਉਹਦੀ ਜਿਹੜੀ ਅਗੇਤਰੀ ਲਾਈਫ ਹੈ ਜਾਂ ਅਗਲੀ ਲਾਈਫ ਹੈ ਉਹ ਬਿਹਤਰ ਬਣਾਈ ਜਾ ਸਕਦੀ ਹੈ। ਔਰ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਕਿ ਜੇ ਕੋਈ ਪੇਸ਼ੈਂਟ ਜਾਂ ਕੋਈ ਮਰੀਜ਼ ਇਸ ਡਿਸੀਜ਼ ਦੇ ਨਾਲ ਪ੍ਰਭਾਵਿਤ ਹੈ, ਉਹ ਟਾਈਮ ਸਿਰ ਆ ਕੇ ਹਸਪੀਟਲ ਦੇ ਵਿੱਚ ਆ ਕੇ ਜਾਂ ਡਾਕਟਰ ਦੇ ਨਾਲ ਕੰਸਲਟ ਕਰ ਸਕਦਾ ਤਾਂ ਕਿ ਉਹਦੀ ਅਗਲੀ ਜਿਹੜੀ ਲਾਈਫ ਹੈ ਉਹ ਬਹੁਤ ਸਹੀ ਤਰੀਕੇ ਨਾਲ ਨਿਰਵਾਹ ਹੋ ਸਕੇ। ਔਰ ਇਹ ਬਹੁਤ ਵਧੀਆ ਤੁਸੀਂ ਸਰ ਸਾਡੇ ਵਿਊਵਰਸ ਨੂੰ ਇਨਫੋਰਮੇਸ਼ਨ ਦਿੱਤੀ। ਔਰ ਸਰ ਇੱਕ ਪੰਜਾਬੀਆਂ ਦੇ ਵਿੱਚ ਖਾਸ ਕਰਕੇ ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਦਿਮਾਗ ਦੀ, ਇੱਕ ਬਹੁਤ ਚੀਜ਼ ਹੁੰਦੀ ਹੈ, ਕਈ ਵਾਰੀ ਹੁੰਦਾ ਕਿ ਆਪਾਂ ਗੱਲ ਵੀ ਕਰਦੇ ਹਾਂ ਕਿ ਇਹਨੂੰ ਦਿਮਾਗੀ ਬੁਖਾਰ ਹੋਇਆ ਜਾਂ ਇਹ ਬੰਦਾ ਦਿਮਾਗ ਤੋਂ ਪਾਗਲ ਹੋ ਗਿਆ। ਸਾਨੂੰ ਇਸ ਚੀਜ਼ ਬਾਰੇ ਦੱਸੋ ਕਿ ਦਿਮਾਗੀ ਬੁਖਾਰ ਹੁੰਦਾ ਕੀ ਹੈ? ਦਿਮਾਗੀ ਬੁਖਾਰ ਮਤਲਬ ਬ੍ਰੇਨ ਦਾ ਫੀਵਰ ਮਤਲਬ ਬ੍ਰੇਨ ਕਰਕੇ ਫੀਵਰ ਨੂੰ ਹੋਣਾ। ਬ੍ਰੇਨ ਨਾਲ ਫੀਵਰ ਤਾਂ ਹੀ ਹੋ ਸਕਦਾ ਜਿਹੜੀਆਂ ਬ੍ਰੇਨ ਦੀਆਂ ਲੇਅਰਸ ਹੁੰਦੀਆਂ ਤੇ ਜਿਹਨੂੰ ਅਸੀਂ ਮੈਨਿੰਜਿਸ ਕਹਿੰਦੇ ਹਾਂ, MENINGIS ਮੈਨਿੰਜਿਸ, ਉਹ ਸੁੱਜ ਜਾਣ, ਇਨਫਲੇਮ ਹੋ ਜਾਣ, ਉਹਨਾਂ ਕਰਕੇ ਆਪਾਂ ਬੁਖਾਰ ਨੂੰ ਕਹਿੰਦੇ ਹਾਂ ਮੈਨਿੰਜਾਈਟਿਸ ਜਾਂ ਦਿਮਾਗੀ ਬੁਖਾਰ। ਇੰਗਲਿਸ਼ ਵਰਡ ਯੂਜ਼ ਕੀਤਾ ਜਾਂਦਾ ਮੈਨਿੰਜਾਈਟਿਸ, ਜਿਹੜਾ ਕਿ ਬਹੁਤ ਕਾਮਨਲੀ ਦੇਖਣ ਨੂੰ ਮਿਲਦਾ ਹੈ। ਐਂਡ ਇਹ ਬਹੁਤ ਤਰ੍ਹਾਂ ਦਾ ਹੋ ਸਕਦਾ ਹੈ। ਇਹ ਕਿਸੇ ਬੈਕਟੀਰੀਆ ਕਰਕੇ ਵੀ ਹੋ ਸਕਦਾ ਹੈ, ਕਿਸੇ ਵਾਇਰਸ ਕਰਕੇ ਵੀ ਹੋ ਸਕਦਾ ਹੈ, ਕਿਸੇ ਟਿਊਬਰਕਲੋਸਿਸ ਕਰਕੇ ਜਾਂ ਕੋਈ TB ਦੀ ਬਿਮਾਰੀ ਕਿਸੇ ਪੇਸ਼ੈਂਟ ਨੂੰ ਉਹਦੇ ਕਰਕੇ ਵੀ ਹੋ ਸਕਦਾ ਹੈ। ਸੋ ਬੈਕਟੀਰੀਆ, ਵਾਇਰਸ, ਟਿਊਬਰਕਲੋਸਿਸ ਜਾਂ ਫੰਗਸ ਜਿਹਨੂੰ ਉੱਲੀ ਕਹਿੰਦੇ ਹਾਂ, ਕਿਸੇ ਪੇਸ਼ੈਂਟ ਨੂੰ ਜਿੱਦਾਂ ਨੱਕ ਦੇ ਵਿੱਚ ਕੋਈ ਪ੍ਰੋਬਲਮ ਆ, ਸਾਈਨਸ ਦੀ ਪ੍ਰੋਬਲਮ ਆ, ਲੌਂਗ ਟਰਮ ਉਹਨੂੰ ਸਾਈਨਸ ਦੀ ਪ੍ਰੋਬਲਮ ਰਹੀ, ਉੱਥੇ ਹੀ ਸਿਕਰੀਸ਼ਨਸ ਐਕਿਊਮੂਲੇਟ ਹੁੰਦੀਆਂ ਨੇ ਅੰਦਰ ਦੇ ਅੰਦਰ ਹੀ, ਉਹ ਅੰਦਰ ਫੰਗਸ ਕਿਸੇ ਕੋਈ ਡਸਟਬਿਨ ਘਰੇ ਖੁੱਲ੍ਹਾ ਰਹਿ ਜਾਂਦਾ ਜਾਂ ਪੇਸ਼ੈਂਟ ਨੂੰ ਸਪੋਰਸ ਆ, ਉਹਨੂੰ ਫੰਗਲ ਸਪੋਰਸ ਕਹਿੰਦੇ, ਇਨਹੇਲ ਕਰ ਲੈਂਦਾ, ਉਹ ਬ੍ਰੇਨ 'ਚ ਚੱਲ ਜਾਂਦਾ, ਉਹਦੇ ਕਰਕੇ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਂਦਾ, ਉਹਨੂੰ ਫੰਗਲ ਮੈਨਿੰਜਾਈਟਿਸ ਕਹਿੰਦੇ ਆ। ਬੈਕਟੀਰੀਆ ਵਾ, ਜਿੱਦਾਂ ਕੋਈ ਪੇਸ਼ੈਂਟ ਨੂੰ ਟਾਈਫਾਇਡ ਹੋਇਆ, ਚੌਥੇ ਹਫ਼ਤੇ 'ਤੇ ਜਾ ਕੇ ਉਹਨੂੰ ਬੁਖਾਰ ਸ਼ੁਰੂ ਹੋ ਗਿਆ, ਉਹਨੂੰ ਟਾਈਫਾਇਡ ਮੈਨਿੰਜਾਈਟਿਸ ਕਹਿ ਸਕਦੇ ਹਾਂ। ਹੋਰ ਬੈਕਟੀਰੀਆ ਜਿੱਦਾਂ ਬਹੁਤ ਕਾਮਨ ਹੈ, ਖੰਘ ਜ਼ੁਕਾਮ ਕਿਸੇ ਨੂੰ ਲੱਗਿਆ, ਉਹ ਬਾਅਦ ਦੇ ਵਿੱਚ ਨਹੀਂ ਟਰੀਟ ਹੋ ਪਾਇਆ ਉਸ ਪੀਰੀਅਡ ਦੇ ਵਿੱਚ ਜਿਸ ਦੇ ਰੇਂਜ ਨੂੰ ਹੋਣਾ ਚਾਹੀਦਾ ਸੀਗਾ, ਉਹ ਫਿਰ ਥਰੂ ਹੈਮੈਟੋਜਨਸ ਬਲੱਡ ਦੇ ਸਪਰੈਡ ਨਾਲ ਬ੍ਰੇਨ ਨੂੰ ਚਲਾ ਗਿਆ, ਉਹਦੇ ਕਰਕੇ ਮੈਨਿੰਜਾਈਟਿਸ ਹੋ ਗਿਆ, ਉਹਨੂੰ ਅਸੀਂ ਬੈਕਟੀਰੀਅਲ ਮੈਨਿੰਜਾਈਟਿਸ ਕਹਿੰਦੇ ਹਾਂ। ਆਮ ਇਨਸਾਨ ਆ, ਉਸ ਨੂੰ ਕਿੱਦਾਂ ਪਤਾ ਲੱਗੂਗਾ ਕਿ ਮੈਨੂੰ ਦਿਮਾਗੀ ਬੁਖਾਰ ਆ, ਜਾਂ ਇਹਦੇ ਕੀ ਲੱਛਣ ਹੋ ਸਕਦੇ ਨੇ, ਜਾਂ ਕਿਸ ਤਰ੍ਹਾਂ ਪਤਾ ਲੱਗੇ ਕਿ ਇੱਕ ਬੰਦੇ ਨੂੰ ਦਿਮਾਗੀ ਬੁਖਾਰ ਹੈ? ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਨੂੰ ਸਿਰ ਦਰਦ ਹੋਵੇਗਾ, ਜਿਹੜਾ ਕਿ ਸਿਰ ਦਰਦ ਕਹਿੰਦੇ ਬਹੁਤ ਗੰਦਾ ਸਿਰ ਦਰਦ, ਜਿਹੜਾ ਕਿ ਨਾਰਮਲ ਪੇਨ ਕਿਲਰਸ ਲੈਣ ਨਾਲ ਵੀ ਠੀਕ ਹੋਏਗਾ। ਉਹਨੂੰ ਉਹ ਕਿਉਂ ਹੁੰਦਾ ਹੈ? ਕਿਉਂਕਿ ਜਿਹੜੇ ਦਿਮਾਗ ਦੇ ਮੈਨਿੰਜਿਸ, ਜਿਹਨੂੰ ਮੈਂ ਤੁਹਾਨੂੰ ਕਿਹਾ, ਉਹਨੂੰ ਖਿਚਾਅ ਪੈਂਦਾ, ਸਟ੍ਰੈਚ ਹੁੰਦੀ ਆ, ਜਿਹਨੂੰ ਕਹਿੰਦੇ ਖਿਚਾਵਟ ਪੈਣੀ, ਸਟ੍ਰੈਚ ਹੋਣਾ। ਸਟ੍ਰੈਚ ਹੋਣ ਨਾਲ ਉਹ ਕੀ ਹੁੰਦਾ, ਪੇਨ ਸੈਂਸਿਟਿਵ ਸਟਰਕਚਰਸ ਨੇ, ਉਹਦੇ ਨਾਲ ਉਹਨੂੰ ਪੇਨ ਹੋਏਗੀ ਸਿਰ ਦਰਦ। ਨੈਕ ਪੇਨ ਹੋਣੀ, ਕਿਉਂਕਿ ਬ੍ਰੇਨ ਤੇ ਸਪਾਈਨਲ ਕਾਰਡ ਬਹੁਤ ਕਾਮਨਲੀ ਅਟੈਚਡ ਹੁੰਦੇ ਨੇ, ਉੱਤੋਂ ਥੱਲੇ ਜਦੋਂ ਦੇਖੀਦਾ ਤਾਂ ਦੇ ਸਟ੍ਰੈਚ ਹੁੰਦਾ, ਉਦੋਂ ਵੀ ਜਿਹੜੀ ਐਰਕਨੋਇਡ ਮੈਂਬਰੇਨ, ਐਰਕਨੋਡਾਈਟਿਸ ਕਹਿੰਦੇ ਆ, ਉਹਦੇ ਕਰਕੇ ਨੈਕ ਪੇਨ ਹੁੰਦੀ ਹੈ। ਨੈਕ ਪੇਨ ਹੋਣਾ, ਅੱਖਾਂ ਦੇ ਵਿੱਚ ਜਿਵੇਂ ਰੌਸ਼ਨੀ ਨੂੰ ਦੇਖਣਾ, ਉਹਨੂੰ ਲੱਗਣਾ ਕਿ ਮੈਨੂੰ ਕੁਝ ਪਸੰਦ ਨਹੀਂ, ਅੱਖਾਂ ਦਰਦ ਹੋ ਰਹੀਆਂ ਮੇਰੀਆਂ ਬਹੁਤ ਜ਼ਿਆਦਾ, ਫੋਟੋਫੋਬੀਆ ਕਹਿੰਦੇ ਉਹਨੂੰ, ਉਹਦੇ ਕਰਕੇ ਵੋਮਿਟਿੰਗ ਆਉਣਾ, ਲਗਾਤਾਰ ਪ੍ਰੋਜੈਕਟਾਈਲ ਵੋਮਿਟਿੰਗ ਉਹਨੂੰ ਕਹੀਏ ਨਾ, ਵੋਮਿਟਿੰਗ ਆਈ ਜਾਣੀ, ਨਾਰਮਲ ਐਂਟੀ ਆਪਾਂ ਐਮਿਟਿਕ ਡਰੱਗ ਜਿਹੜੇ ਆਪਾਂ ਕਹਿੰਦੇ ਹਾਂ ਕਿ ਵੋਮਿਟਿੰਗ ਰੋਕਣ ਲਈ ਦਿੰਦੇ, ਉਹ ਦਿੱਤੇ, ਉਹਨੇ ਵੀ ਠੀਕ ਹੋਈ। ਸੋ ਇਹ ਸਾਰੇ ਫੀਚਰਸ ਨੇ ਜਿਨ੍ਹਾਂ ਦੇ ਕਰਕੇ ਪੇਸ਼ੈਂਟ ਨੂੰ ਬਾਅਦ ਦੇ ਵਿੱਚ ਨਹੀਂ ਠੀਕ ਹੁੰਦਾ ਤਾਂ ਪੇਸ਼ੈਂਟ ਨੂੰ ਦੌਰੇ ਵੀ ਪੈਣੇ ਸ਼ੁਰੂ ਹੋ ਜਾਂਦੇ।
ਸਕਦੇ, ਬਟ ਉਹ ਥੋੜੇ ਲੇਟ ਸ਼ੁਰੂ ਹੁੰਦੇ ਨੇ। ਕਈ ਵਾਇਰਲ ਇਨਫੈਕਸ਼ਨਸ ਦੇ ਵਿੱਚ ਪਹਿਲਾਂ ਵੀ ਸ਼ੁਰੂ ਹੋ ਸਕਦੇ ਨੇ। ਸੋ ਇਹ ਸਾਰੇ ਲੱਛਣ ਨੇ ਜਿਹੜੇ ਕਿ ਮੈਨਿੰਜਾਈਟਿਸ ਜਾਂ ਦਿਮਾਗੀ ਬੁਖਾਰ ਨੂੰ ਕਲਾਸੀਫਾਈ ਕਰਦੇ ਨੇ ਤੇ ਆਪਾਂ ਨੂੰ ਇਸ ਬਾਰੇ ਸਤਰਕ ਰਹਿਣਾ ਚਾਹੀਦਾ। ਬਹੁਤ ਵਧੀਆ ਸਰ ਨੇ ਦੱਸਿਆ ਕਿ ਕਾਫੀ ਸਾਰੇ ਇਹਦੇ ਸਿੰਪਟਮਸ ਹੋ ਸਕਦੇ ਨੇ ਦਿਮਾਗੀ ਬੁਖਾਰ ਦੇ, ਔਰ ਜੇ ਕਿਸੇ ਨੂੰ ਅਜਿਹੇ ਸਿੰਪਟਮ ਦਿਖਦੇ ਨੇ ਜਾਂ ਉਹਨੂੰ ਲੱਗ ਰਿਹਾ ਕਿ ਮੈਨੂੰ ਵੀ ਅਜਿਹੇ ਸਿੰਪਟਮ ਆਉਂਦੇ ਨੇ ਤਾਂ ਹੋ ਸਕਦਾ ਕਿ ਉਹਨੂੰ ਦਿਮਾਗੀ ਬੁਖਾਰ ਹੋਵੇ, ਔਰ ਉਹਨੂੰ ਜਲਦੀ ਹੀ ਆਪਣੇ ਡਾਕਟਰ ਨਾਲ ਕੰਸਲਟ ਕਰਵਾਉਣਾ ਚਾਹੀਦਾ ਜਾਂ ਉਹਨੂੰ ਜਾ ਕੇ ਦਿਖਾਉਣਾ ਚਾਹੀਦਾ, ਜਿਹੜੀ ਬਿਮਾਰੀ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇ। ਔਰ ਸਰ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸ਼ੇਅਰ ਕਰ ਰਹੇ ਹੋ, ਔਰ ਮੈਂ ਆਸ ਕਰਦਾ ਕਿ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆ ਰਹੀ ਹੋਊਗੀ। ਸਰ ਇੱਕ ਹੋਰ ਚੀਜ਼ ਹੈ ਜਿਹੜੀ ਕਿ ਆਮ ਕਾਮਨ ਦੇਖਣ ਵਿੱਚ ਆਉਂਦੀ ਹੈ, ਜਿਹਨੂੰ ਕਿ ਅਸੀਂ ਮਾਈਗ੍ਰੇਨ ਕਹਿ ਸਕਦੇ ਹਾਂ ਜਾਂ ਸਰ ਦਾ ਦਰਦ ਕਹਿ ਸਕਦੇ ਹਾਂ, ਕਿ ਇਹ ਵੀ ਚੀਜ਼ਾਂ ਦੀ ਦਿਮਾਗ ਦੇ ਨਾਲ ਰਿਲੇਟਡ ਹਨ ਜਾਂ ਕੀ ਕਿਸ ਤਰ੍ਹਾਂ ਹੁੰਦੀਆਂ ਨੇ ਜਾਂ ਕੀ ਇਹਨਾਂ ਦਾ ਇਲਾਜ ਕਿਸ ਤਰ੍ਹਾਂ ਹੋ ਸਕਦਾ ਹੈ, ਇਹ ਸਾਡੇ ਦਰਸ਼ਕਾਂ ਨੂੰ ਦੱਸੋ। ਮਾਈਗ੍ਰੇਨ ਇੱਕ ਬਹੁਤ ਕਾਮਨ ਤੇ ਬਹੁਤ ਪ੍ਰੀਵੈਲੈਂਟ ਡਿਜ਼ੀਜ਼ ਹੈ। 90% ਜਿਹੜੇ ਹੈਡੇਕ ਦੇ ਆਰ ਐਸੋਸੀਏਟਿਡ ਵਿਦ ਮਾਈਗ੍ਰੇਨ, 90% ਹੈਡੇਕ ਮਾਈਗ੍ਰੇਨ ਟਾਈਪ ਦੇ ਹੁੰਦੇ ਨੇ। ਮਾਈਗ੍ਰੇਨ ਜਿਹੜਾ ਹੈਗਾ ਇਹਨੂੰ ਆਪਾਂ ਮੋਸਟਲੀ ਆਪਾਂ ਕਹਿੰਦੇ ਹਾਂ ਕਿ ਇੱਕ ਸਾਈਡਡ ਹੈਡੇਕ, ਇੱਕ ਸਾਈਡ ਦਾ ਸਰ ਦਰਦ, ਹੈਮੀਕ੍ਰੇਨੀਅਲ ਹੈਡੇਕ, ਉਸ ਦੇ ਨਾਲ ਐਸੋਸੀਏਟਿਡ ਨੂੰ ਪੇਸ਼ੈਂਟ ਨੂੰ ਅੱਖਾਂ ਵਿੱਚ ਦਰਦ ਹੋਣਾ, ਉਲਟੀਆਂ ਆਉਣਾ ਜਾਂ ਧੌਣ 'ਚ ਸਟਿਫਨੈਸ ਰਹਿਣਾ ਜਾਂ ਵੋਮਿਟਿੰਗ ਆਉਣਾ, ਉਸੇ ਟਾਈਮ ਅੱਖਾਂ ਲਾਈਟ ਨੂੰ ਅੱਛਾ ਨਹੀਂ ਲੱਗਣਾ। ਮਾਈਗ੍ਰੇਨ ਦਾ ਦਰਦ ਸ਼ੁਰੂ ਹੋਣ ਤੋਂ ਬਾਅਦ ਅਬਾਊਟ 24 to 72 ਆਵਰਸ ਤੱਕ ਕੰਟੀਨਿਊ ਰਹਿੰਦਾ। ਕੰਟੀਨਿਊ ਹੋਣ ਤੋਂ ਬਾਅਦ ਅਗਰ ਪੇਸ਼ੈਂਟ ਨੂੰ ਆਪਾਂ ਸਹੀ ਟਾਈਮ ਤੇ ਪ੍ਰੋਫਿਲੈਕਸਿਸ ਨਹੀਂ ਦਿੰਦੇ ਤਾਂ ਪੇਸ਼ੈਂਟ ਨੂੰ ਵੋਮਿਟਿੰਗ, ਡੀਹਾਈਡਰੇਸ਼ਨ, ਅਨਕੌਂਸ਼ੀਅਸਨੈਸ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਮਾਈਗ੍ਰੇਨ ਇੱਕ ਪ੍ਰਾਇਮਰੀ ਹੈਡੇਕ ਹੈ ਜਿਸ ਨੂੰ ਕਿ ਅਰਲੀ ਟ੍ਰੀਟ ਕਰਨਾ ਬਹੁਤ ਜ਼ਰੂਰੀ ਹੈ। ਸਰ ਇੱਕ ਚੀਜ਼ ਹੋਰ ਵੀ ਵੇਖਣ ਨੂੰ ਮਿਲਦੀ ਹੈ ਕਿ ਆਮ ਕਾਮਨ ਲੋਕਾਂ ਵਿੱਚ ਜ਼ਿਆਦਾਤਰ ਤੇ ਨਹੀਂ, ਬਟ ਕਾਫੀ ਸਾਰੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਜਿਸ ਨੂੰ ਅਸੀਂ ਮਿਰਗੀ ਕਹਿ ਦਿੰਦੇ ਹਾਂ ਜਾਂ ਅਸੀਂ ਕਹਿ ਦਿੰਦੇ ਹਾਂ ਕਿ ਇਸ ਬੰਦੇ ਨੂੰ ਕੋਈ ਭੂਤ ਚੜ੍ਹ ਗਿਆ ਜਾਂ ਭੂਤ ਸਵਾਰ ਹੋ ਗਿਆ ਇਹਦੇ 'ਤੇ ਜਾਂ ਇਸ ਨੂੰ ਦੌਰੇ ਪੈਂਦੇ ਨੇ। ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਰਿਲੇਟ ਕਰਦੇ ਹੋ ਨਿਊਰੋ ਦੇ ਨਾਲ ਜਾਂ ਦਿਮਾਗ ਦੇ ਨਾਲ, ਕਿ ਇਹ ਵੀ ਉਹਦੇ ਨਾਲ ਹੀ ਰਿਲੇਟਡ ਨੇ ਜਾਂ ਕਿਸ ਤਰ੍ਹਾਂ ਇਹਦਾ ਇਲਾਜ ਹੋ ਸਕਦਾ? ਕਿਉਂਕਿ ਕਾਫੀ ਸਾਰੇ ਲੋਕਾਂ ਨੂੰ ਸ਼ਾਇਦ ਲੱਗ ਰਿਹਾ ਕਿ ਜਿਹੜੀ ਮਿਰਗੀ ਹੁੰਦੀ ਆ ਜਾਂ ਦੌਰੇ ਪੈਣਾ ਹੁੰਦਾ ਹੈ ਕਿਸੇ ਬਾਹਰੀ ਹਵਾ ਦਾ ਜਾਂ ਜਾਦੂ ਟੂਣੇ ਦਾ ਕੰਮ ਹੁੰਦਾ, ਕਿ ਇਹ ਚੀਜ਼ਾਂ ਨਿਊਰੋ ਦੇ ਨਾਲ ਰਿਲੇਟਡ ਨੇ? ਨਿਊਰੋ ਇਸ ਦਾ ਕਿਸ ਤਰ੍ਹਾਂ ਇਲਾਜ ਕਰ ਸਕਦਾ ਸਰ? ਬਹੁਤ ਅੱਛਾ ਸਵਾਲ ਹੈ। ਮਿਰਗੀ ਜੋ ਕਿ ਓਮਕਾਰ ਜੀ ਨੇ ਦੱਸਿਆ ਕਿ ਲੋਕਾਂ ਦਾ ਇੱਕ ਮਤਲਬ ਸੋਚ ਨਹੀਂ ਹੈ ਕਿ ਇਹ ਭੂਤ ਪ੍ਰੇਤ ਜਾਂ ਕਿਸੇ ਹਵਾ ਦਾ ਅਸਰ ਹੈ, ਬਿਲਕੁਲ ਨਹੀਂ ਹੈ। ਇਹ ਇੱਕ ਤਰ੍ਹਾਂ ਦਾ ਦਿਮਾਗੀ ਨੁਕਸ ਹੈ ਜਿਹੜਾ ਕਿ ਠੀਕ ਹੋ ਸਕਦਾ ਹੈ। ਬ੍ਰੇਨ ਦੇ ਵਿੱਚ ਜਿਹੜੇ ਦਿਮਾਗੀ ਨਿਊਰੋਨਸ ਉੱਪਰ ਥੱਲੇ ਹੋ ਜਾਂਦੇ ਹਨ ਜਾਂ ਡਿਸਫੰਕਸ਼ਨ ਹੋ ਜਾਂਦੇ ਨੇ, ਉਹਦੇ ਕਰਕੇ ਮਿਰਗੀ ਦਾ ਹੋਣਾ ਸੰਭਵ ਹੈ ਤੇ ਇਸ ਦਾ ਇਲਾਜ ਵੀ ਨਿਊਰੋਲੋਜੀ ਦੇ ਵਿੱਚ ਬਹੁਤ ਈਜ਼ੀਲੀ ਸੰਭਵ ਹੈ। ਕੁਝ ਮਿਰਗੀ ਨੂੰ ਅਸੀਂ ਲਾਈਫ ਲੌਂਗ ਟ੍ਰੀਟ ਕਰਦੇ ਹਨ, ਕੁਝ ਨੂੰ ਕੁਝ ਸਾਲ ਟ੍ਰੀਟ ਕਰਕੇ ਆਪਾਂ ਦਵਾਈ ਨੂੰ ਘਟਾ ਕੇ ਮੋਡੀਫਾਈ ਕਰਕੇ ਬੰਦ ਕਰ ਦਿੰਦੇ ਹਾਂ। ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਮਿਰਗੀ ਬਿਲਕੁਲ ਸੰਭਵ ਇਲਾਜ ਹੈ ਸਾਇੰਸ ਵਿੱਚ ਔਰ ਡਾਕਟਰੀ ਪੇਸ਼ੇ ਵਿੱਚ ਜੇ ਕਹੀਏ ਤਾਂ, ਔਰ ਸਹੀ ਤਰੀਕੇ ਨਾਲ ਔਰ ਸਹੀ ਸਮੇਂ ਨਾਲ ਇਲਾਜ ਕਰਵਾਵਾਂਗੇ ਤਾਂ ਬਿਲਕੁਲ ਟੋਟਲੀ ਜਿਹੜਾ ਮਰੀਜ਼ ਹੈ ਉਹ ਸਹੀ ਹੋ ਜਾਂਦਾ ਔਰ ਆਪਣੀ ਰੂਟੀਨ ਜਿਹੜੀ ਲਾਈਫ ਹੈ ਪਹਿਲਾਂ ਦੀ ਤਰ੍ਹਾਂ ਹੀ ਬਤੀਤ ਕਰਨ ਲੱਗ ਪੈਂਦਾ। ਔਰ ਬਹੁਤ ਹੀ ਅੱਛੀ ਇਨਫੋਰਮੇਸ਼ਨ ਸਰ ਤੁਸੀਂ ਦੇ ਰਹੇ ਹੋ। ਔਰ ਮੇਰਾ ਜੋ ਸਰ ਲਾਸਟ ਇੱਕ ਕੁਐਸਚਨ ਰਹੇਗਾ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਅੱਜ ਦਿਮਾਗ ਦੇ ਨਾਲ ਔਰ ਨਿਊਰੋ ਦੇ ਸਬਜੈਕਟ ਦੇ ਨਾਲ ਗੱਲ ਕਰਦੇ ਹਾਂ, ਇਹ ਵੀ ਇੱਕ ਦਿਮਾਗ ਦੇ ਨਾਲ ਹੀ ਜੁੜਿਆ ਹੋਇਆ ਹੈ। ਸਰ ਕਈ ਵਾਰੀ ਹੁੰਦਾ ਕਿ ਲੋਕ ਜਿਸ ਤਰ੍ਹਾਂ ਗੱਲ ਕਰਦੇ ਨੇ ਉਹ ਗੱਲ ਕਰਨ ਦੇ ਨਾਲ ਜਾਂ ਉਹਨਾਂ ਦੇ ਹੱਥ ਜਿਹੜੇ ਹੁੰਦੇ ਨੇ ਉਹ ਕੰਬਣਾ ਸ਼ੁਰੂ ਕਰ ਦਿੰਦੇ ਨੇ, ਜਾਂ ਬਾਡੀ ਦੇ ਕੁਝ ਜਿਹੜੇ ਪਾਰਟ ਹੁੰਦੇ ਨੇ, ਜੇ ਆਪਾਂ ਗੱਲ ਕਰੀਏ ਲੱਤਾਂ ਦਾ ਜਾਂ ਕੁਝ ਹੋਰ ਪਾਰਟ ਜਿਹੜੇ ਹੁੰਦੇ ਨੇ ਉਹ ਕੰਬਦੇ ਨੇ। ਸਰ ਕੀ ਸਰ ਇਹ ਵੀ ਰਿਲੇਟਡ ਨੇ ਦਿਮਾਗ ਦੇ ਨਾਲ, ਜਾਂ ਕਿਸ ਤਰ੍ਹਾਂ ਇਹਨਾਂ ਦਾ ਇਲਾਜ ਹੋ ਜਾਂਦਾ ਹੈ ਸਰ, ਜਾਂ ਕਿਸ ਤਰ੍ਹਾਂ ਇਹਨਾਂ ਦਾ ਇਲਾਜ ਹੁੰਦਾ ਹੈ ਨਿਊਰੋ ਵਿੱਚ, ਇਹ ਸਾਡੇ ਨਾਲ ਸ਼ੇਅਰ ਕਰੋ ਸਰ। ਡੈਫੀਨੇਟਲੀ ਇਹ ਜੋ ਆਪਾਂ ਓਮਕਾਰ ਜੀ ਨੇ ਪੁੱਛਿਆ ਕਿ ਹੱਥਾਂ ਦਾ ਕੰਬਣਾ, ਪੈਰਾਂ ਦਾ ਕੰਬਣਾ, ਇਹਨੂੰ ਨਿਊਰੋ ਸਾਇੰਸ ਦੇ ਵਿੱਚ ਟ੍ਰੈਮਰ ਦਾ ਨਾਮ ਦਿੱਤਾ ਗਿਆ ਹੈ। ਟ੍ਰੈਮਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹੱਥ ਦਾ ਇਨਵੋਲੰਟਰਲੀ ਮਤਲਬ ਆਪਣੇ ਆਪ ਕੰਬਣਾ, ਆਪਣੇ ਆਪ ਹਿੱਲੀ ਜਾਣਾ, ਠੀਕ ਹੈ। ਇਹ ਕੁਝ ਰੀਜ਼ਨਸ ਦੇ ਕਰਕੇ ਹੋ ਸਕਦਾ ਹੈ। ਇੱਕ ਹੁੰਦੇ ਫੈਮਿਲੀਜ਼ 'ਚ ਰਨ ਕਰਦੇ ਆ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬੁੱਢਿਆਂ 'ਚ ਕਾਮਨ ਹੁੰਦੇ 60 ਇਅਰਸ ਤੋਂ ਬਾਅਦ ਐਸੈਂਸ਼ੀਅਲ ਟ੍ਰੈਮਰ ਐਜ਼ ਐਲਡਰਲੀ ਪਰਸਨਸ ਗੋਜ਼ ਇਨਟੂ ਅਪਨ, ਉਹਨੂੰ 60 ਇਅਰਸ ਤੋਂ ਬਾਅਦ ਸ਼ੁਰੂ ਹੋਣੇ ਆ ਐਸੈਂਸ਼ੀਅਲ ਟ੍ਰੈਮਰ ਕਹਿ ਸਕਦੇ ਹਾਂ। ਕੁਝ ਟ੍ਰੈਮਰ ਹੁੰਦੇ ਕਿ ਸੈਕੰਡਰੀ ਹੁੰਦੇ ਕਿ ਥਾਇਰਾਇਡ ਡਿਜ਼ੀਜ਼ਸ ਦੇ ਕਰਕੇ ਹੋਣਾ, ਕਿਸੇ ਡੈਫੀਸ਼ੀਐਂਸੀਜ਼ ਦੇ ਕਰਕੇ ਹੋਣਾ, ਜਾਂ ਕੁਝ ਪ੍ਰੋਬਲਮ ਹੋ ਸਕਦੀ ਹੈ ਸਾਈਕੋਲੋਜੀਕਲ ਇਸ਼ੂਜ਼ ਹੁੰਦੇ ਪੇਸ਼ੈਂਟਸ ਨੂੰ, ਸਟ੍ਰੈਸ ਇੰਡਿਊਸ ਟ੍ਰੈਮਰਸ ਹੋ ਸਕਦੇ, ਸਾਈਕੋਲੋਜੀਕਲ ਟ੍ਰੈਮਰਸ ਹੁੰਦੇ, ਜਿਹਦੇ ਲਈ ਕਿ ਆਪਾਂ ਟ੍ਰੈਮਰ ਨੂੰ ਡਿਪੈਂਡਿੰਗ ਔਨ ਦਾ ਟਾਈਪ ਆਫ ਟ੍ਰੈਮਰ ਆਪਾਂ ਟ੍ਰੈਮਰ ਨੂੰ ਡਿਜ਼ੀਜ਼ ਟ੍ਰੀਟ ਕਰਦੇ ਹਾਂ। ਇਹ ਟ੍ਰੈਮਰ ਇੱਕ ਡੈਫੀਨੇਟਲੀ ਬ੍ਰੇਨ ਨਾਲ ਰਿਲੇਟਡ ਡਿਜ਼ੀਜ਼ ਹੈ ਜਿਹੜੀ ਕਿ ਟ੍ਰੀਟੇਬਲ ਹੈ। ਇਟ ਇਜ਼ ਵਨ ਆਫ ਦਾ ਟ੍ਰੀਟੇਬਲ ਕਾਜ਼ਸ ਇਨ ਨਿਊਰੋਲੋਜੀ, ਇਹਨੂੰ ਅਸੀਂ ਟ੍ਰੀਟ ਕਰ ਸਕਦੇ ਹਾਂ ਪੇਸ਼ੈਂਟ ਨੂੰ ਹੈਲਦੀ ਲਾਈਫ ਜੀਣ ਲਈ। ਬਹੁਤ ਵਧੀਆ ਗੱਲ ਕੀਤੀ ਕਿ ਇਹਨਾਂ ਦਾ ਇਸ ਦਾ ਹੱਥਾਂ ਦੇ ਕੰਬਣਾ ਜਾਂ ਦੂਸਰੇ ਰਿਲੇਟਡ ਜੋ ਵੀ ਉਹਨਾਂ ਦਾ ਵੀ ਇਲਾਜ ਸੰਭਵ ਹੈ। ਔਰ ਅਸੀਂ ਬਹੁਤ ਹੀ ਇੱਕ ਹੈਲਦੀ ਟਾਕ ਕੀਤੀ ਅੱਜ ਡਾਕਟਰ ਦਿਨੇਸ਼ ਕੁਮਾਰ ਦੇ ਨਾਲ,
ਔਰ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ। ਅੱਜ ਦਿਮਾਗ ਦੇ ਨਾਲ ਰਿਲੇਟਡ ਉਹਨੇ ਸਾਰੇ ਡਿਸੀਜ਼ਸ ਦੇ ਕਹਿ ਸਕਦੇ ਹੋ ਜਾਂ ਬਿਮਾਰੀਆਂ ਦੇ, ਹੱਥ ਦਾ ਕੰਬਣਾ ਹੋ ਗਿਆ ਜਾਂ ਮਿਰਗੀ ਦੀ ਗੱਲ ਕੀਤੀ, ਅਸੀਂ ਸਿਰ ਦਰਦ ਦੀ ਗੱਲ ਕੀਤੀ, ਹੱਥਾਂ ਦਾ ਕੰਬਣੇ ਦੀ ਗੱਲ ਕੀਤੀ ਅਤੇ ਦਿਮਾਗੀ ਬੁਖਾਰ ਦੀ ਗੱਲ ਕੀਤੀ। ਔਰ ਇਹ ਸਾਰੀਆਂ ਹੀ ਚੀਜ਼ਾਂ ਸਾਡੀ ਅੱਜ ਦੀ ਜੋ ਲਾਈਫ ਹੈ ਉਹਦੇ ਨਾਲ, ਇਨਸਾਨ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਕਿਤੇ ਨਾ ਕਿਤੇ ਬੰਦਾ ਇਹਨਾਂ ਦੇ ਨਾਲ ਸਫ਼ਰ ਕਰਦਾ ਹੈ। ਔਰ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਨਿਊਜ਼ ਹੈਡਲਾਈਨ ਇੰਡੀਆ ਦੇ ਵੱਲੋਂ ਸਾਡੇ ਜੋ ਵੀ ਵਿਊਵਰਸ ਨੇ ਔਰ ਸਾਡੇ ਜੋ ਵੀ ਦਰਸ਼ਕ ਨੇ ਉਹਨਾਂ ਦੇ ਸਾਹਮਣੇ ਕੁਝ ਅਜਿਹੀ ਜਾਣਕਾਰੀ ਲੈ ਕੇ ਆਈਏ ਕਿ ਉਹਨਾਂ ਦਾ ਕੁਝ ਬਿਹਤਰ ਹੋ ਸਕੇ। ਔਰ ਅੱਜ ਦੀ ਸਾਰੀ ਗੱਲਬਾਤ ਤੋਂ ਵੀ ਅਸੀਂ ਆਸ ਕਰਦੇ ਹਾਂ ਕਿ ਜੋ ਵੀ ਨਿਊਰੋ ਸਬਜੈਕਟ ਦੇ ਨਾਲ ਜਾਂ ਦਿਮਾਗ ਦੇ ਨਾਲ ਰਿਲੇਟਡ ਕੁਝ ਡਿਸੀਜ਼ਸ ਦਾ ਬਿਮਾਰੀਆਂ ਦੇ ਸ਼ਿਕਾਰ ਨੇ, ਉਹ ਬਿਲਕੁਲ ਸਹੀ ਡਾਕਟਰ ਜਾਂ ਕਹਿ ਸਕਦੇ ਹਾਂ ਕਿ ਡਾਕਟਰ ਦਿਨੇਸ਼ ਕੁਮਾਰ ਜੋ ਕਿ ਨਿਊਰੋ ਫਿਜ਼ੀਸ਼ੀਅਨ ਅੰਮ੍ਰਿਤਸਰ ਤੋਂ ਨੇ ਦੇ ਕੋਲ ਆ ਕੇ ਆਪਣੀ ਸਾਰੀ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਨੇ ਔਰ ਆਪਣੀ ਜਿਹੜੀ ਲਾਈਫ ਨੂੰ ਬਹੁਤ ਬਿਹਤਰ ਕਰ ਸਕਦੇ ਨੇ। ਆਸ ਕਰਦਾ ਕਿ ਅੱਜ ਦੀ ਇੰਟਰਵਿਊ ਤੁਹਾਨੂੰ ਬਹੁਤ ਹੀ ਅੱਛੀ ਲੱਗੀ ਹੋਗੀ। ਕੈਮਰਾਮੈਨ ਰਾਜੀਵ ਕੁਮਾਰ ਦੇ ਨਾਲ ਓਮਕਾਰ ਸਿੰਘ, ਨਿਊਜ਼ ਹੈਡਲਾਈਨ ਇੰਡੀਆ, ਅੰਮ੍ਰਿਤਸਰ।